ਬੈਨੀਪਾਲ ਸ਼ੋ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਦੋਸਤੋ, ਆਓ ਸਭ ਤੋਂ ਪਹਿਲਾਂ ਜਿਹੜੀਆਂ ਖਬਰਾਂ ਅਤੇ ਖਬਰਾਂ ਦਾ ਵਿਸਥਾਰ ਤੇ ਉੱਤੇ ਗੱਲਬਾਤ ਕਰਨੀ ਆ ਉਹ ਤੁਹਾਨੂੰ ਦੱਸਦੇ ਹਾਂ। ਬਹੁਤ ਲੰਬੇ ਅਰਸੇ ਤੋਂ ਲਗਭਗ 6 ਮਹੀਨੇ ਦਾ ਸਮਾਂ ਹੋ ਗਿਆ। ਬਹੁਤ ਸਾਰੇ ਲੋਕ ਨੇ ਜਿਹੜੇ ਕੈਨੇਡਾ ਆਉਣਾ ਚਾਹੁੰਦੇ ਨੇ, ਵੀਜ਼ੇ ਉਹਨਾਂ ਨੂੰ ਮਿਲੇ ਹੋਏ ਨੇ, ਪਰ ਕੈਨੇਡਾ ਸਰਕਾਰ ਦੇ ਪਬਲਿਕ ਸੇਫਟੀ ਮਿਨਿਸਟਰ ਨੇ ਹੁਣ ਕੌਣ ਕੈਨੇਡਾ ਆ ਸਕਦਾ ਤੇ ਕਿਹਦੇ ਤੇ ਪਾਬੰਦੀਆਂ 'ਚ ਵਾਧਾ ਕਰ ਦਿੱਤਾ, ਉਸ ਦੀ ਤਾਜ਼ਾ ਅਨਾਉਂਸਮੈਂਟ ਹੋਈ ਹੈ। ਉਹ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇਸੇ ਤਰ੍ਹਾਂ ਇੱਕ ਖਬਰ ਇੱਕ ਹਸਪਤਾਲ ਦੀ ਸੀ, ਮੈਨੂੰ ਲੱਗਦਾ ਸੀ ਕਿ ਸ਼ਾਇਦ ਇਹ ਇੱਕੋ ਹੀ ਸੂਬੇ 'ਚ ਇੱਕੋ ਹੀ ਜ਼ਿਲ੍ਹੇ 'ਚ ਹੋਣੀ ਹੈ, ਸ਼ਾਇਦ ਇਸ ਤਰ੍ਹਾਂ ਦਾ ਮਾੜਾ ਵਰਤਾਰਾ ਕਿਤੇ ਹੋਰ ਨਾ ਹੁੰਦਾ ਹੋਵੇ। ਇੱਕ ਤੋਂ ਬਾਅਦ ਇੱਕ ਦੋ ਹਸਪਤਾਲਾਂ ਦੇ ਵਿੱਚੋਂ ਬਹੁਤ ਮਾੜੀਆਂ ਤੇ ਨਿੰਦਣਯੋਗ ਘਟਨਾਵਾਂ ਵਾਪਰੀਆਂ ਨੇ। ਇੱਕ ਜਲੰਧਰ ਦੇ ਵਿੱਚੋਂ ਖਬਰ ਮਿਲੀ ਹੈ ਤੇ ਦੂਸਰੀ ਮੋਗੇ ਦੇ ਵਿੱਚੋਂ ਖਬਰ ਮਿਲੀ ਹੈ। ਲੋਕ ਜਾਂਦੇ ਆ ਹਸਪਤਾਲ ਦੇ ਵਿੱਚ ਕਿ ਸਾਡਾ ਇਲਾਜ ਹੋਵੇਗਾ। ਇੱਕ ਵਿਅਕਤੀ ਰਾਤ ਦੇ 11:30 ਵਜੇ ਤੋਂ ਸਵੇਰ ਦੇ 5 ਵਜੇ ਤੱਕ ਆਪਣੀ ਘਰਵਾਲੀ ਨੂੰ ਵੱਖੋ-ਵੱਖ ਹਸਪਤਾਲਾਂ ਵਿੱਚ ਲਈ ਫਿਰਦਾ ਰਿਹਾ ਤੇ ਆਖਰਕਾਰ ਜਿਹੜੀ ਉਸ ਪਰਿਵਾਰ ਨਾਲ ਵਾਪਰੀ ਹੈ, ਕਿਸੇ ਨਾਲ ਨਾ ਹੋਵੇ, ਉਸ ਔਰਤ ਦੀ ਮੌਤ ਹੋ ਗਈ। ਦਰਵਾਜ਼ੇ ਖੜਕਾਉਂਦਾ ਰਿਹਾ, ਮਿੰਨਤਾਂ ਕਰਦਾ ਰਿਹਾ। ਇੱਧਰ ਮੋਗੇ ਵਾਲੇ ਪਾਸੇ ਉਹ ਕਹਿੰਦੇ ਭਾਈ ਸਾਡੇ ਕੋਲ ਬੈੱਡ ਬੁੱਡ ਹੈ ਨਹੀਂ, ਫਾਈਲ ਤੇਰੀ ਜਮ੍ਹਾਂ ਕਰਨੀ, ਰਾਤ ਜਿੱਥੇ ਮਰਜ਼ੀ ਕੱਟ ਲੈ। ਇੱਕ ਹੋਰ ਔਰਤ ਦੀ ਉੱਥੇ ਹੀ ਡਿਲੀਵਰੀ ਹੋਈ ਹੈ ਤੇ ਉਹਦੇ ਤੋਂ ਬਾਅਦ ਜਿਹੜਾ ਚੰਦ ਉਸ ਹਸਪਤਾਲ ਦੇ ਵੀ ਚਾੜਿਆ, ਇਹ ਵੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗਾ। ਤੇ ਉੱਧਰ ਛੱਤੀਸਗੜ੍ਹ ਦੇ ਵਿੱਚੋਂ ਖਬਰ ਮਿਲ ਰਹੀ ਹੈ ਕਿ ਛੱਤੀਸਗੜ੍ਹ ਦਾ ਇੱਕ ਪਿੰਡ, ਜਿਸ ਪਿੰਡ ਦੇ ਲੋਕ 18 ਵਰ੍ਹਿਆਂ ਦੇ ਨੌਜਵਾਨ ਨੂੰ ਮੰਜੇ ਤੇ ਪਾ ਕੇ 2 ਕਿਲੋਮੀਟਰ ਤੱਕ, ਕਿਉਂਕਿ ਪਾਣੀ ਵਹਿ ਰਿਹਾ ਸੀ, ਮੀਂਹ ਤੇਜ਼ ਪੈ ਰਿਹਾ ਸੀ, ਉਹਦੇ ਤੋਂ ਬਾਅਦ ਮੰਜੇ ਤੇ ਲੈ ਆਏ। ਐਂਬੂਲੈਂਸ ਨੂੰ ਪਹਿਲਾਂ ਫੋਨ ਕੀਤਾ ਹੋਇਆ ਸੀ। ਹੁਣ ਤੁਸੀਂ ਆਪ ਹਿਸਾਬ ਲਾਓ ਕਿ ਗੋਡੇ ਗੋਡੇ ਗਿੱਟੇ ਗਿੱਟੇ ਲੱਕ ਲੱਕ ਪਾਣੀ ਦੇ ਵਿੱਚ ਮੰਜੇ ਤੇ ਕਿਸੇ ਨੂੰ ਲੈ ਕੇ ਆਏ ਹੋਣਗੇ। ਕਿੰਨਾ ਸਮਾਂ ਲੱਗਿਆ ਹੋਣਾ 2 ਕਿਲੋਮੀਟਰ ਦਾ ਪੈਂਡਾ ਤੈਅ ਕਰਦਿਆਂ ਨੂੰ। ਫਿਰ ਵੀ ਐਂਬੂਲੈਂਸ ਤੇ ਪਹੁੰਚਣ ਤੋਂ ਪਹਿਲਾਂ ਉਹ 2 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਪਹੁੰਚੋ। ਕਿਸ ਤੇ ਬਾਅਦ ਦੇ ਵਿੱਚ ਜੋ ਹੋਇਆ ਉਹ ਘਟਨਾ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਉਧਰ ਯੂਪੀ ਦੇ ਵਿੱਚੋਂ ਇੱਕ ਚੰਗੀ ਖਬਰ ਮਿਲ ਰਹੀ ਹੈ। 12 ਵਰ੍ਹੇ ਹੋ ਗਏ, ਇੱਕ ਦਿਨ ਵੀ ਬੰਦੇ ਨੇ ਨਾਗਾ ਨਹੀਂ ਪਾਇਆ। ਆਪ ਕੋਈ ਬਹੁਤਾ ਅਮੀਰ ਵਿਅਕਤੀ ਨਹੀਂ। ਜਦੋਂ ਇਹ ਖਬਰ ਤੁਹਾਨੂੰ ਸਾਂਝੀ ਕੀਤੀ ਜਾਣੀ ਤੁਹਾਡੇ ਨਾਲ ਚੰਗੀ ਲੱਗੂਗੀ। ਇਹ ਦੋਸਤੋ ਕੁਝ ਖਬਰਾਂ ਨੇ ਜਿਹੜੀਆਂ ਅੱਜ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਇਹਦੇ ਤੋਂ ਪਹਿਲਾਂ ਕਿ ਇਹਨਾਂ ਇਕੱਲੀ ਖਬਰ ਦੇ ਵਿਸਥਾਰ ਵੱਲ, ਡੂੰਘਾਈ ਵੱਲ ਵਧੀਏ, ਬੇਨਤੀ ਹੈ ਕਿ ਜੇਕਰ ਹਾਲੇ ਤੱਕ ਸਾਡੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ, ਜ਼ਰੂਰ ਕਰ ਲੈਣਾ। ਨੋਟੀਫਿਕੇਸ਼ਨ ਵਾਲੀ ਘੰਟੀ ਵੀ ਜ਼ਰੂਰ ਔਨ ਕਰ ਲੈਣੀ। ਖਬਰਾਂ ਦੇ ਵਿਸਥਾਰ ਤੋਂ ਬਾਅਦ ਜੇਕਰ ਤੁਹਾਨੂੰ ਇਹ ਜਾਣਕਾਰੀਆਂ ਚੰਗੀਆਂ ਲੱਗੀਆਂ, ਫਿਰ ਲਾਈਕ ਅਤੇ ਸ਼ੇਅਰ ਵਾਲਾ ਬਟਨ ਦਬਾਉਣਾ ਨਾ ਭੁੱਲਿਓ। ਤੁਹਾਡਾ ਧੰਨਵਾਦੀ ਹੋਵਾਂਗਾ। ਆਓ ਸਭ ਤੋਂ ਪਹਿਲੀ ਉਹ ਖਬਰ ਤੁਹਾਡੇ ਨਾਲ ਸਾਂਝੀ ਕਰੀਏ। ਜਿਹੜੇ ਵਿਅਕਤੀ ਇਸ ਵਕਤ ਕੈਨੇਡਾ ਆਉਣਾ ਚਾਹੁੰਦੇ ਆ, ਕੈਨੇਡਾ ਦੇ ਪਬਲਿਕ ਸੇਫਟੀ ਮਿਨਿਸਟਰ ਨੇ ਬਿਲ ਬਲੇਅਰ ਸਾਹਿਬ ਨੇ ਇੱਕ ਅਨਾਉਂਸਮੈਂਟ ਕੀਤੀ ਹੈ ਕਿ ਹੁਣ ਕੈਨੇਡਾ ਵਿੱਚ ਕੌਣ ਆ ਸਕਦਾ ਹੈ, ਕਿਹਨਾਂ ਦੇ ਉੱਤੇ ਪਾਬੰਦੀਆਂ ਦੇ ਵਿੱਚ ਵਾਧਾ ਕਰ ਦਿੱਤਾ ਹੈ। ਜੇਕਰ ਤੁਸੀਂ ਕੈਨੇਡੀਅਨ ਨਾਗਰਿਕ ਹੋ, ਜੇਕਰ ਤੁਸੀਂ ਕੈਨੇਡਾ ਦੇ PR ਹੋਲਡਰ ਹੋ, ਪਰਮਾਨੈਂਟ ਰੈਜ਼ੀਡੈਂਟ ਹੋ, ਤੁਸੀਂ ਕੈਨੇਡਾ ਆ ਸਕਦੇ ਹੋ। ਕਿਸ ਤੋਂ ਵਾਧਾ ਪੁੱਛਣ ਦੀ ਜ਼ਰੂਰਤ ਨਹੀਂ। ਜੇਕਰ ਤੁਸੀਂ ਵਿਦਿਆਰਥੀ ਹੋ, ਤੁਹਾਨੂੰ 18 ਮਾਰਚ ਤੋਂ ਪਹਿਲਾਂ ਦਾ ਵੀਜ਼ਾ ਲੱਗਿਆ ਹੋਇਆ, ਜਾਂ ਫਿਰ ਤੁਹਾਡਾ ਕਾਲਜ, ਤੁਹਾਡੀ ਯੂਨੀਵਰਸਿਟੀ ਤੁਹਾਨੂੰ ਲਿਖ ਕੇ ਦੇ ਰਹੀ ਹੈ ਕਿ ਜੇ ਅਸੀਂ ਇਹਨਾਂ ਨੂੰ ਪੜ੍ਹਾਉਣਾ ਤੇ ਹੈ ਆਨਲਾਈਨ ਦੇ ਨਾਲ ਅਸੀਂ ਇਨ ਪਰਸਨ ਵੀ ਪੜ੍ਹਾਉਣਾ ਚਾਹੁੰਦੇ ਹਾਂ। ਸਿਰਫ ਇੰਨਾ ਹੀ ਨਹੀਂ ਕਿ ਤੁਸੀਂ ਜੀ ਉਹਨਾਂ ਨੂੰ ਕਹਿ ਦਿੱਤਾ ਕਿ ਸਾਡੇ ਵੀਜ਼ਾ ਲੱਗਿਆ ਹੋਇਆ, ਤੁਹਾਨੂੰ ਹੋ ਸਕਦਾ ਕਿਸੇ ਹਵਾਈ ਅੱਡੇ ਤੋਂ ਚੜ੍ਹਨੀ ਨਾ ਦੇਣ। ਉਹ ਕਾਲਜ ਦਾ ਲੈਟਰ ਚਾਹੀਦਾ ਜਿਸ ਦੇ ਵਿੱਚ ਲਿਖਿਆ ਹੋਵੇ, ਉਹ ਯੂਨੀਵਰਸਿਟੀ ਦਾ ਲੈਟਰ ਚਾਹੀਦਾ ਜਿਸ ਦੇ ਵਿੱਚ ਲਿਖਿਆ ਹੋਵੇ ਕਿ ਅਸੀਂ ਆਪਣੇ ਬੱਚਿਆਂ ਨੂੰ ਕਾਲਜ ਜਾਂ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਸਤੰਬਰ ਦੇ ਸਮੈਸਟਰ ਤੋਂ ਪੜ੍ਹਾਉਣਾ ਸ਼ੁਰੂ ਕਰਨਾ ਹੈ, ਫਿਰ ਤੁਸੀਂ ਆ ਸਕਦੇ ਹੋ। ਜਾਂ ਫਿਰ ਤੁਹਾਡੇ ਕੋਲ ਵਿਜ਼ਟਰ ਵੀਜ਼ਾ ਹੈ, ਜਾਂ ਤੁਹਾਡਾ ਸਪਾਊਸ ਇੱਥੇ ਵਰਕ ਪਰਮਿਟ 'ਤੇ ਰਹਿ ਰਿਹਾ, ਸਟੂਡੈਂਟ ਦੇ ਤੌਰ 'ਤੇ ਰਹਿ ਰਿਹਾ, ਪਰ ਤੁਹਾਡੇ ਸਪਾਊਸ ਨੂੰ ਵੀਜ਼ਾ ਮਿਲਿਆ ਹੋਇਆ, ਫਿਰ ਤੁਹਾਨੂੰ ਦੱਸਣਾ ਪਏਗਾ ਕਿ ਤੁਹਾਡਾ ਕੈਨੇਡਾ 'ਚ ਆਉਣਾ ਲਾਜ਼ਮੀ ਕਿਉਂ ਹੈ। ਜੇ ਤੁਸੀਂ ਇੱਕ ਈਮੇਲ ਹੈ, ਉਸ ਈਮੇਲ ਦੇ ਉੱਤੇ ਆਪਣੇ ਪੇਪਰ ਅਤੇ ਉਹਨਾਂ ਦੀ ਤਸੱਲੀ ਕਰਵਾ ਦਿੰਦੇ ਹੋ ਕਿ ਸਾਡਾ ਇਸ ਕਰਕੇ ਕੈਨੇਡਾ ਦੇ ਵਿੱਚ ਇਸ ਵਕਤ ਜਾਣਾ ਲਾਜ਼ਮੀ ਹੈ, ਤਾਂ ਤੁਹਾਨੂੰ ਛੋਟ ਮਿਲ ਸਕਦੀ ਹੈ। ਤੇ ਜੇਕਰ ਤੁਸੀਂ ਗੈਰ ਜ਼ਰੂਰੀ ਯਾਤਰਾ ਕਰਨੀ ਚਾਹੁੰਦੇ ਸੀ,
ਤੁਸੀਂ ਕੋਈ ਗਾਉਣ ਵਜਾਉਣ ਵਾਲੇ ਹੋ, ਮਨੋਰੰਜਨ ਦੇ ਮਾਮਲੇ 'ਚ ਆਉਣਾ ਚਾਹੁੰਦੇ ਸੀ, ਤੁਹਾਡੇ ਤੇ ਪਾਬੰਦੀ ਹੈ। ਜੇ ਤੁਸੀਂ ਸਿਰਫ ਵਿਜ਼ਿਟ ਕਰਨਾ ਚਾਹੁੰਦੇ ਸੀ, ਵਿਜ਼ਟਰ ਹੋ, ਤਾਂ ਤੁਹਾਡੇ ਤੇ ਪਾਬੰਦੀ ਹੈ। ਜੇਕਰ ਤੁਸੀਂ ਕਿਸੇ ਵੀ ਕਿਸਮ ਦੀ ਕੋਈ ਗੈਰ ਜ਼ਰੂਰੀ ਯਾਤਰਾ ਦੇ ਵਾਸਤੇ ਕੈਨੇਡਾ 'ਚ ਆਉਣਾ ਚਾਹੁੰਦੇ ਸੀ ਤਾਂ ਤੁਹਾਡੇ ਤੇ ਹਾਲ ਦੀ ਕੜੀ 30 ਸਤੰਬਰ ਤੱਕ ਪਾਬੰਦੀ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਪਰ ਜੇਕਰ ਵਿਜ਼ਟਰ ਵੀਜ਼ਾ ਵੀ ਹੈ, ਹੋ ਸਕਦਾ ਤੁਹਾਡਾ ਕਿਸੇ ਦਾ ਧੀ ਪੁੱਤ ਇੱਥੇ ਸਟੂਡੈਂਟ ਦੇ ਤੌਰ ਤੇ ਰਹਿੰਦਾ ਹੋਵੇ, ਤੁਹਾਡਾ ਆਉਣਾ ਉਹਦੇ ਕੋਲ ਲਾਜ਼ਮੀ ਹੋਵੇ, ਤਾਂ ਤੁਸੀਂ ਉਸ ਈਮੇਲ ਦੇ ਉੱਤੇ ਮੇਲ ਕਰਕੇ ਦੱਸਣਾ ਕਿ ਤੁਹਾਡਾ ਆਉਣਾ ਲਾਜ਼ਮੀ ਕਿਉਂ ਹੈ, ਤੁਹਾਨੂੰ ਛੋਟ ਮਿਲ ਸਕਦੀ ਹੈ। ਅਦਰਵਾਈਜ਼ ਤੁਹਾਡੇ ਤੇ ਲੱਗੀਆਂ ਪਾਬੰਦੀਆਂ ਦੇ ਵਿੱਚ 1 ਮਹੀਨੇ ਲਈ ਭਾਵ 30 ਸਤੰਬਰ ਤੱਕ ਦਾ ਕੈਨੇਡਾ ਨੇ ਵਾਅਦਾ ਕਰ ਦਿੱਤਾ ਹੈ, ਕਿਉਂਕਿ ਬਹੁਤ ਸਾਰੇ ਮੁਲਕਾਂ ਦੇ ਵਿੱਚ ਵੀ ਕੋਵਿਡ ਦੇ ਕੇਸ ਵੱਧ ਰਹੇ ਨੇ ਤੇ ਇੱਕ ਵਾਰ ਫਿਰ ਤੋਂ ਕੈਨੇਡਾ ਦੇ ਵਿੱਚ ਵੀ ਕੋਵਿਡ ਦੇ ਕੇਸ ਵੱਧ ਰਹੇ ਨੇ। ਇਸ ਕਰਕੇ ਕੈਨੇਡਾ ਸਰਕਾਰ ਨੇ ਇਹਨਾਂ ਪਾਬੰਦੀਆਂ ਦੇ ਵਿੱਚ 30 ਸਤੰਬਰ ਤੱਕ ਦੇ ਵਾਧੇ ਦਾ ਐਲਾਨ ਬੀਤੇ ਦਿਨੀ ਕਰ ਦਿੱਤਾ ਹੈ। ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਉਹ ਖਬਰ ਛੱਤੀਸਗੜ੍ਹ ਦੇ ਵਿੱਚੋਂ ਮਿਲ ਰਹੀ ਹੈ। ਛੱਤੀਸਗੜ੍ਹ ਦੇ ਵਿੱਚ ਕੇਸਵਾ ਝਾਂਡੀ ਪਿੰਡ ਦੇ 18 ਵਰ੍ਹਿਆਂ ਦੇ ਨੌਜਵਾਨ ਦੀ ਇੱਕ ਮੌਤ ਹੋ ਗਈ ਹੈ। ਅਸਲ ਦੇ ਵਿੱਚ ਇੱਕ ਆਦਿਵਾਸੀ ਕਬੀਲਾ ਤੇ ਬੈਗਾ ਆਦਿਵਾਸੀ ਕਬੀਲਾ, ਬੈਗਾ ਆਦਿਵਾਸੀ ਭਾਈਚਾਰੇ ਦਾ ਇਹ ਨੌਜਵਾਨ ਬੀਤੀ ਸ਼ਾਮ ਬਿਮਾਰ ਹੋਇਆ, ਬੁਖਾਰ ਹੋਇਆ। ਹਾਲੇ ਉਸ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਕਿ ਅਸਲ ਦੇ ਵਿੱਚ ਉਸ ਦੀ ਮੌਤ ਦਾ ਕੀ ਕਾਰਨ ਰਿਹਾ। ਜਦੋਂ ਇਹ ਵਿਅਕਤੀ, ਇਹ ਨੌਜਵਾਨ ਬਿਮਾਰ ਹੋਇਆ ਤਾਂ ਲੋਕਾਂ ਨੇ ਹਸਪਤਾਲ ਦੇ ਨਾਲ ਸੰਪਰਕ ਸਾਧਿਆ, ਐਂਬੂਲੈਂਸ ਦੇ ਨਾਲ ਸੰਪਰਕ ਸਾਧਿਆ, ਪਰ ਉਹਨਾਂ ਨੇ ਕਿਹਾ ਕਿ ਬੀਤੇ ਕਈ ਦਿਨਾਂ ਤੋਂ ਲਗਭਗ ਭਾਰਤ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ, ਗੋਡੇ ਗੋਡੇ, ਗਿੱਟੇ ਗਿੱਟੇ ਤੇ ਕਿਤੇ ਲੱਕ ਲੱਕ ਪਾਣੀ ਸੜਕਾਂ ਦੇ ਉੱਤੇ ਦੀ ਵਗ ਰਿਹਾ ਹੈ ਕਿ ਤੁਹਾਡਾ ਪਿੰਡ ਇਸ ਵਕਤ ਮੇਨ ਸੜਕ ਦੇ ਨਾਲੋਂ ਬੁਰੀ ਤਰ੍ਹਾਂ ਟੁੱਟਿਆ ਹੋਇਆ ਹੈ। ਤੁਹਾਡੇ ਪਿੰਡ ਤੱਕ ਐਂਬੂਲੈਂਸ ਦਾ ਕੋਈ ਪ੍ਰਬੰਧ ਕੀਤਾ ਹੀ ਨਹੀਂ ਜਾ ਸਕਦਾ। ਹੁਣ ਪਿੰਡ ਦੇ ਲੋਕਾਂ ਨੇ, ਪਰਿਵਾਰਕ ਮੈਂਬਰਾਂ ਨੇ ਸੋਚਿਆ ਕਿ ਬੱਚਾ ਤਾਂ ਬਚਾਉਣਾ ਹੈ, ਕੌਣ ਚਾਹੁੰਦਾ ਹੈ ਕਿ ਉਸ ਦਾ ਪਰਿਵਾਰਕ ਜਹਾਨ ਤੋਂ ਤੁਰ ਜਾਵੇ। ਉਹਨਾਂ ਨੇ ਮੰਜੇ ਤੇ ਇਸ ਨੌਜਵਾਨ ਨੂੰ ਲਟਾਇਆ ਤੇ ਪਾਇਆ। 18 ਵਰ੍ਹਿਆਂ ਦਾ ਨੌਜਵਾਨ ਸੀ, ਮੁੱਛ ਫੁੱਟ ਗੱਭਰੂ ਸੀ। ਉਸ ਮੰਜੇ ਤੇ ਲਿਟਾ ਕੇ ਕਈ ਬੰਦੇ ਮੰਜੇ ਨੂੰ ਚੁੱਕ ਕੇ ਐਨ ਵਗਦੇ ਤੇ ਤੇਜ਼ ਪਾਣੀ ਦੇ ਵਿੱਚ 2 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਮੇਨ ਸੜਕ ਤੱਕ ਆ ਕੇ ਬੈਠ ਗਏ। ਹੁਣ ਹੈਰਾਨੀ ਦੀ ਹੱਦ ਹੈ ਕਿ ਉਹਨਾਂ ਨੂੰ ਆਪਣੇ ਪਿੰਡ ਤੋਂ ਮੰਜੇ ਤੇ ਨੌਜਵਾਨ ਨੂੰ ਪਾ ਕੇ 2 ਕਿਲੋਮੀਟਰ ਦਾ ਪੈਂਡਾ ਇਸ ਵਗਦੇ ਪਾਣੀ ਦੇ ਵਿੱਚ ਤੈਅ ਕਰਨ ਨੂੰ ਕਿੰਨਾ ਸਮਾਂ ਲੱਗਿਆ ਹੋਣਾ। ਐਂਬੂਲੈਂਸ ਤੇ ਪਹੁੰਚਣ ਤੋਂ ਪਹਿਲਾਂ ਇਹ ਲੋਕ ਇਸ ਨੌਜਵਾਨ ਮੁੰਡੇ ਨੂੰ ਲੈ ਕੇ ਮੇਨ ਸੜਕ ਤੇ ਪਹੁੰਚ ਚੁੱਕੇ ਸੀ। ਇੰਤਜ਼ਾਰ ਕਰਦੇ ਰਹੇ। ਕਾਫੀ ਲੰਬੇ ਇੰਤਜ਼ਾਰ ਤੋਂ ਬਾਅਦ ਐਂਬੂਲੈਂਸ ਆਈ। ਐਂਬੂਲੈਂਸ ਜਦੋਂ ਉਸ ਨੌਜਵਾਨ ਨੂੰ ਲੈ ਕੇ ਹਸਪਤਾਲ ਪਹੁੰਚੀ ਤਾਂ ਹਸਪਤਾਲ ਦੇ ਡਾਕਟਰਾਂ ਨੇ ਟੂਟੀਆਂ ਲਾ ਕੇ ਚੈੱਕ ਕੀਤਾ। ਉਹ ਕਹਿੰਦੇ ਇਸ ਤੇ ਪ੍ਰਾਣ ਪੰਖੇਰੂ ਉੜ ਚੁੱਕੇ ਨੇ। ਹੁਣ ਮੈਨੂੰ ਇਹ ਦੱਸੋ ਕਿ ਉਸ ਮਾਪਿਆਂ ਦੇ ਪੱਲੇ ਕੀ ਹੈ, ਉਸ ਘਰਦਿਆਂ ਦੇ ਪੱਲੇ ਕੀ ਹੈ ਜਿਨ੍ਹਾਂ ਨੇ ਉਹ ਹਰ ਹੰਭਵ ਹੀਲਾ ਵਸੀਲਾ ਕੀਤਾ ਕਿ ਬੱਚੇ ਨੂੰ ਡਾਕਟਰਾਂ ਤੱਕ ਲਿਜਾਇਆ ਜਾ ਸਕੇ। ਤੇ ਇਹਦੇ ਨਾਲ ਜਿਹੜੀ ਸਭ ਤੋਂ ਹੈਰਾਨੀ ਵਾਲੀ ਗੱਲ ਇੱਕ ਇਹ ਵੀ ਹੈ ਕਿ ਜਿਹੜਾ ਬੈਗਾ ਆਦਿਵਾਸੀ ਭਾਈਚਾਰਾ ਹੈ, ਸਰਕਾਰ ਕਹਿੰਦੀ ਹੈ ਕਿ ਇਹ ਲੁਪਤ ਹੋ ਰਿਹਾ ਕਬੀਲਾ, ਇਹ ਘਟ ਰਹੇ ਨੇ ਲੋਕ। ਇਸ ਕਬੀਲੇ ਨੂੰ ਬਚਾਉਣ ਵਾਸਤੇ ਸਰਕਾਰ ਕਹਿੰਦੀ ਅਸੀਂ ਰਿਆਇਤਾਂ ਦਿੰਦੇ ਹਾਂ। ਕੀ ਫਿਰ ਸਰਕਾਰ ਜਿਹੜੀਆਂ ਰਿਆਇਤਾਂ ਉਹ ਕਾਗਜ਼ਾਂ ਤੱਕ ਰਿਆਇਤਾਂ ਨੇ? ਕੀ ਅਸਲ ਦੇ ਵਿੱਚ ਅਸਲੀਅਤ ਦੇ ਵਿੱਚ ਜ਼ਮੀਨੀ ਹਕੀਕਤਾਂ ਕੁਝ ਹੋਰ ਨੇ? ਸਰਕਾਰ ਦਾ ਕਹਿਣਾ ਤੇ ਕਹਿਣੀ ਤੇ ਕਰਨੀ ਦੇ ਵਿਚਲਾ ਅੰਤਰ ਕੀ ਹੈ, ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ। ਤੇ ਹੁਣ ਇਸ ਨੌਜਵਾਨ ਦੀ ਕੁਝ ਘੰਟੇ ਪਹਿਲਾਂ ਮੌਤ ਹੋਈ ਹੈ ਤੇ ਉਸ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਕਿ ਪਤਾ ਲੱਗ ਸਕੇ ਕਿ 18 ਵਰ੍ਹਿਆਂ ਦੇ ਇਸ ਨੌਜਵਾਨ ਦੀ ਮੌਤ ਕਿਵੇਂ ਹੋਈ ਹੈ। ਪਰ ਪਰਿਵਾਰ ਗਮਗੀਨ ਹੈ। ਤੇ ਉਧਰ ਇਸੇ ਤਰ੍ਹਾਂ ਦੀ ਖਬਰ ਜਲੰਧਰ ਵਾਲੇ ਪਾਸਿਓਂ ਆਈ ਹੈ। ਜਲੰਧਰ ਦੇ ਵਿੱਚ 21 ਵਰ੍ਹਿਆਂ ਦੀ, ਸਿਰਫ 21 ਵਰ੍ਹਿਆਂ ਦੀ ਸੋਨੀਕਾ, ਉਸ ਨੂੰ ਲੇਬਰ ਪੀੜ ਸ਼ੁਰੂ ਹੋਈ, ਜੰਮਣ ਪੀੜਾਂ ਸ਼ੁਰੂ ਹੋਈਆਂ। ਉਸ ਦਾ ਪਤੀ ਸੋਨੀ ਉਸ ਨੂੰ ਲੈ ਕੇ ਤੁਰ ਪਿਆ ਹਸਪਤਾਲ। ਨਵਜੀਵਨ, ਦੇਖੋ ਨਾ ਕਿੰਨਾ ਵਧੀਆ ਹਸਪਤਾਲ ਦਾ, ਨਵਜੀਵਨ ਹਸਪਤਾਲ ਦੇ ਵਿੱਚ ਉਹ ਆਪਣੀ 21 ਵਰ੍ਹਿਆਂ ਦੀ ਪਤਨੀ ਸੋਨੀਕਾ ਨੂੰ ਲੈ ਕੇ ਗਿਆ, ਜਿੱਥੇ ਉਸਨੇ ਇੱਕ ਬੱਚੀ ਨੂੰ ਜਨਮ ਦਿੱਤਾ। ਬੱਚੀ ਨੂੰ ਜਨਮ ਦੇਣ ਤੋਂ ਬਾਅਦ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਡਿਲੀਵਰੀ ਹੋ ਗਈ। ਡਿਲੀਵਰੀ ਤੋਂ ਬਾਅਦ ਉਸ ਦਾ ਬਲੱਡ ਵਹਿਣ ਲੱਗਿਆ, ਖੂਨ ਰੋਕਣ ਦਾ ਨਾਮ ਨਹੀਂ ਸੀ ਲੈ ਰਿਹਾ। ਹਸਪਤਾਲ ਦੇ ਅਧਿਕਾਰੀਆਂ ਨੇ, ਕਰਮਚਾਰੀਆਂ ਨੇ, ਸਿਹਤ ਕਰਮੀਆਂ ਨੇ ਇਹ ਆਖ ਦਿੱਤਾ ਕਿ ਦੇਖੋ ਇਸ ਵਕਤ ਸਾਡੇ ਕੋਲ ਉਹ ਕੋਈ ਡਾਕਟਰ ਨਹੀਂ ਜਿਹੜਾ ਇਹ ਹੋ ਰਹੀ ਬਲੀਡਿੰਗ ਨੂੰ ਰੋਕ ਸਕੇ। ਇਸ ਵਾਸਤੇ ਅਸੀਂ ਤੁਹਾਨੂੰ ਐਂਬੂਲੈਂਸ ਦਿੰਦੇ ਹਾਂ, ਤੁਸੀਂ ਇਸ ਨੂੰ ਕਿਸੇ ਹੋਰ ਹਸਪਤਾਲ ਲੈ ਜਾਓ। ਇਹ ਇਸ ਮ੍ਰਿਤਕ ਔਰਤ ਦੇ ਪਤੀ ਦਾ ਦੱਸਣਾ ਹੈ
पर दूसरे पासे हस्पताल का जिहड़ा डॉक्टर वो कहता नहीं, असीं इन्हां नूं कहा सी भाई CMC जां DMC लै जाओ, पर इस दे वास्ते हस्पताल वालों का पिट स्यापा हो रहा है। असल दे विच अपनी पत्नी नूं एंबूलेंस दे विच लैके 11:30 बजे रात का समय एक हस्पताल तो दूजे, कईयां ने तो कहंदा हस्पताल का गेट ही नहीं खोलिया, कईयां ने सानू अंदर एडमिट किया ही नहीं। रात के 11:30 बजे तो लैके सवेर के 5 बजे तक 9 हस्पतालों के विच ये दोवें जी भटकते फिरते रहे, कदे एक हस्पताल, कदे दूसरे हस्पताल, कदे तीसरे हस्पताल। आखिरकार 9वें हस्पताल वाले कहते आ जाओ। जौल हस्पताल जलंधर दे विच जदों ये लैके सवेर के 5 बजे अपनी घरवाली नूं पहुंचिया तो इन्ना क खून वह चुका सी कि उसके प्राण पखेरू उड़ चुके सन। हुण एक पासे ये अणगहली एक डॉक्टर की है जां सारे डॉक्टरां की अणगहली है, पर हुण हस्पताल जिस दे विच इसकी बच्ची का जन्म होया सी, ये औरत जिथे डिलीवरी करती है, वो हस्पताल वाले कहते इस तरह कहते CMC जां DMC लैके जाओ। वो कहते सानू तो लगता ही नहीं कि खून वह रहा सी। एक पासे वो कहते जिहड़ा हुण एंबूलेंस दे विच की रंग डोली गया, वो खून ते रंग दे फर्क का कोई डॉक्टरां नूं इल्म नहीं। हुण ये हले घटना वापरी सी, इहदा पिट स्यापा लोग कर रहे सी कि हस्पताल वालियां ने जां बहुत सारे हस्पतालों वालियां ने इस औरत नूं साਂਭਣ तो इनकार किया। तो दूसरे पासे मोगे वाले पासों खबर लगभग इस तरह की आ गई है। मोगे के सिविल हस्पताल दे विच परमजीत कौर बीती लंघी रात पिंड रणीਆਂ तो पहुंची, बच्चा जन्म लैण वाला सी। वो रणीए वाले कहते सानू पता सी कि हो सकता है कि असी जेकर रात बराते किते लेबर पेन दोबारा शुरू हो गई, जम्मण पीड़ा ज़्यादा वध गई तो किवें जावांगे। तुहानू पता है कि बहुत सारे थावां दे उत्ते कहते रात का करफ्यू है, पंजाब दे विच भी रात का करफ्यू है। हो सकता है उन्होंने कई नाकिਆਂ ਦੇ ਉੱਤੇ ਲੰਘਣਾ ਪੈਂਦਾ, ਬੇਨਤੀਆਂ ਜੋਦੜੀਆਂ ਕਰਨੀਆਂ ਪੈਂਦੀਆਂ, ਤਾਂ ਵੀ ਹੋ ਸਕਦਾ ਕੋਈ ਪੁਲਿਸ ਵਾਲਾ ਨਾ ਮੰਨਦਾ। ਉਹ ਕਹਿੰਦੇ ਸਾਡੀ ਫਾਈਲ ਜਮ੍ਹਾਂ ਕਰ ਲਈ, ਸਾਨੂੰ ਇਹ ਆਖ ਦਿੱਤਾ ਸਿਵਲ ਹਸਪਤਾਲ ਵਾਲਿਆਂ ਨੇ ਸਾਡੇ ਕੋਲ ਬੈੱਡ ਨਹੀਂ, ਜਿੱਥੇ ਮਰਜ਼ੀ ਰਾਤ ਕੱਟੋ। ਇਸ ਔਰਤ ਪਰਮਜੀਤ ਪਿੰਡ ਰਣੀਆਂ ਦੀ ਨੇ ਹਸਪਤਾਲ ਦੀ ਪਾਰਕਿੰਗ ਲਾਟ ਦੇ ਵਿੱਚ ਸਾਰੀ ਰਾਤ ਗੁਜ਼ਾਰੀ। ਪੁੱਛ ਪੜਤਾਲ ਕਰਨ ਵਾਲਾ ਉਹਦੇ ਕੋਲ ਕੋਈ ਨਹੀਂ ਆਇਆ ਕਿ ਤੂੰ ਠੀਕ ਹੈ ਜਾਂ ਤੂੰ ਬਿਮਾਰ ਹੈ। ਹਾਲੇ ਇਹ ਖਬਰ ਪਤਾ ਹੀ ਲੱਗ ਰਹੀ ਸੀ, ਇਸੇ ਹੀ ਹਸਪਤਾਲ ਦੇ ਵਿੱਚ ਇੱਕ ਹੋਰ ਔਰਤ ਆ ਗਈ ਤੇ ਔਰਤ ਦਾ ਨਾਂ ਹੈ ਰਾਜਵਿੰਦਰ ਕੌਰ। ਰਾਜਵਿੰਦਰ ਕੌਰ ਨੇ ਇਸੇ ਹੀ ਹਸਪਤਾਲ ਦੇ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ, ਇੱਕ ਪੁੱਤਰ ਨੂੰ ਜਨਮ ਦਿੱਤਾ। ਜਨਮ ਦੇਣ ਤੋਂ ਬਾਅਦ ਔਰਤ ਦਾ ਕਹਿੰਦੇ ਖੂਨ ਸਿਰਫ 4 ਗ੍ਰਾਮ ਰਹਿ ਗਿਆ। ਹੁਣ ਪਰਿਵਾਰ ਵਾਲਿਆਂ ਨੇ ਜਦੋਂ ਪੁੱਛਿਆ ਕਿ ਅਸੀਂ ਆਪਣੀ ਔਰਤ ਨੂੰ ਮਿਲਣਾ ਚਾਹੁੰਦੇ ਹਾਂ, ਸਾਨੂੰ ਉਸ ਦੀ ਹਾਲਤ, ਉਸ ਦੀ ਸਥਿਤੀ ਬਾਰੇ ਦੱਸਿਆ ਜਾਵੇ। ਕਹਿੰਦੇ ਜਿਹੜੇ इस हस्पताल का सिक्योरिटी गार्ड सी, उन्हें बदतमीजी की, धक्के मारे, वो विहार किया, वो वरताओ किया जिहड़ा किसी भी व्यक्ति नाल कीता नहीं जाना चाहिए। हले उस तो बाद जदों उन्होंने फिर होर अधिकारियों नाल गलबात करने की कोशिश की कि साडे नाल बुरा वरताओ किया जा रहा, बुरा सलूक किया जा रहा, साडी इस रिश्तेदार ने इत्थे एक बच्चे नूं जन्म दिता, असीं उसनूं वेखना चाहुंदे हां। हैरानी की हद हो गई। वो कहंदे पहलां एक बर्फी का डब्बा लियाओ, जायज़ है, नाल कहंदे शगन लैना 1100 रुपए का जेकर तुसी उस बच्चे ते तीवीं तक औरत तक पहुँचना चाहुंदे हो। हुण कोई भी बंदा जांदा है, जदों उसनूं पता लगदा, बोझा रुपईया दा भर के थोड़ी लैके जांदा। उन्हां कोल 500 रुपया सी, उन्होंने 500 रुपया दिता, बर्फी का डब्बा लिआंदा, कहंदे सानूं साडे बच्चे नूं ते उस औरत नूं वेख लैण दिओ। उन्होंने वेखण नहीं दिता। उहदे तो बाद फिर की सी, उन्हां दी आम आदमी पार्टी वालिआं ते होर लोकां दे नाल उन्हां ने तालमेल बिठाया। लोग उत्थे पहुंचे, पिट स्यापा करन लगे, धरना देण लगे। सो हुण हस्पताल दे विच इस हस्पताल दीआं 2 घटनावां दा जिक्र है। हले बीते साल दसंबर पोह माघ दे महीने इसी तरह एक बच्चे ने उत्थे जन्म लिया। उहदे तो बाद हस्पताल दे अधिकारियों ने उस जच्चा ते बच्चा की कोई सार नहीं लई, आप हीटर ऑन किया, रात नूं घुराड़े मारते रहे ते सवेर तक उस बच्चे की ठंड लगन कार नमूनीआ होने तो बाद मौत हो गई सी। एक खबर तो बाद एक तो बाद एक जदों लगातार इस तरह दीआं खबरां आउंदियां ने, सोचण वास्ते मजबूर करदियां ने कि वाकई असीं आह डॉक्टरां नूं रब कहने आ, कि असीं आह प्रशासन दीआं गल्लां करदे हां, कि सरकारां दीआं कोई जिम्मेवारियां नहीं।
ਸਿਵਲ ਹਸਪਤਾਲ ਦੇ ਵਿੱਚ ਜਿਹੜੀ ਆ ਘਟਨਾ ਵਾਪਰੀ ਹੈ, ਜਾਂ ਪਹਿਲੀ ਨਵਜੀਵਨ ਹਸਪਤਾਲ ਦੀ ਘਟਨਾ ਵਾਪਰੀ ਹੈ, ਜਾਂ ਉਹ ਛੱਤੀਸਗੜ੍ਹ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜਿੱਥੇ ਐਂਬੂਲੈਂਸ ਦੀ ਉਡੀਕ ਕਰਦਾ ਰਿਹਾ ਪਰਿਵਾਰ, ਮੰਜੇ ਤੇ ਚੁੱਕ ਕੇ 2 ਕਿਲੋਮੀਟਰ ਪਹਿਲਾਂ ਪਹੁੰਚ ਜਾਂਦਾ ਹੈ, ਐਂਬੂਲੈਂਸ ਨਹੀਂ ਪਹੁੰਚੀ। ਤੇ ਦਾਅਵੇ ਕੀ ਕੀਤੇ ਜਾ ਰਹੇ ਨੇ, ਅਸਲੀਅਤ ਕੀ ਹੈ, ਇਹ ਖਬਰਾਂ ਤੋਂ ਬਾਅਦ ਤੁਹਾਨੂੰ ਆਪਣੇ ਆਪ ਇਸ ਦਾ ਇਲਮ ਹੋ ਗਿਆ ਹੁਣ। ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਇਹ ਯੂਪੀ ਦੇ ਮੇਰਠ ਦੇ ਵਿੱਚੋਂ ਬਹੁਤ ਚੰਗੀ ਖਬਰ ਮਿਲ ਰਹੀ ਹੈ। ਅਸੀਂ ਬਹੁਤ ਸਾਰੇ ਲੋਕ ਆ ਜਿਹੜੇ ਜਾਨਵਰ ਦੀ ਘੰਡੀ ਮਰੋੜਨ ਵੇਲੇ 1 ਮਿੰਟ ਨਹੀਂ ਲਾਉਂਦੇ, ਪਰ ਆਹ ਬੰਦਾ ਹੈ ਸੰਜੇ, ਲੋਕ ਇਸ ਨੂੰ ਬਾਂਦਰਾਂ ਦਾ ਦੀਵਾਨਾ ਵੀ ਕਹੀ ਜਾਂਦੇ ਨੇ, ਕਈ ਇਹਨੂੰ ਬਾਂਦਰ ਜਾਤ ਵੀ ਕਹੀ ਜਾਂਦੇ ਨੇ। ਉਹ ਕਹਿੰਦਾ ਮੈਨੂੰ ਭਾਵੇਂ ਲੋਕ ਕੁਛ ਕਹੀ ਜਾਣ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਇਹ ਬੰਦਾ ਜਿਹੜਾ ਸੰਜੇ ਹੈ ਕੋਈ ਅਮੀਰ ਨਹੀਂ, ਚੌਂਕੀਦਾਰੇ ਦਾ ਕੰਮ ਕਰਦਾ। ਹੁਣ ਤੁਹਾਨੂੰ ਪਤਾ ਹੋਣਾ ਕਿ ਇੱਕ ਚੌਂਕੀਦਾਰ ਨੂੰ ਪੰਜਾਬ ਦੇ ਵਿੱਚ ਜਾਂ ਯੂਪੀ ਦੇ ਵਿੱਚ ਕਿੰਨੇ ਕੁ ਪੈਸੇ ਮਿਲ ਜਾਂਦੇ ਹੋਣਗੇ। ਹੁਣ ਇਹ ਬੰਦਾ ਹਸਤਿਨਾਪੁਰ ਦੇ ਨੇੜੇ ਜਾਂਦਾ ਉਲਟ ਖੇੜਾ 'ਚ। ਉਲਟ ਖੇੜਾ ਦੇ ਵਿੱਚ ਹਸਤਿਨਾਪੁਰ ਦੇ ਵਿੱਚ ਜਾ ਕੇ ਸਵੇਰੇ ਪਹਿਲਾਂ 10 ਵਜੇ ਜਾਂਦਾ, ਫਿਰ ਬਾਅਦ ਦੁਪਹਿਰ 1 ਵਜੇ ਜਾਂਦਾ, ਫਿਰ ਸ਼ਾਮ ਨੂੰ 5 ਤੋਂ 6 ਵਜੇ ਜਾਂਦਾ। ਲੋਕ ਕਹਿੰਦੇ ਆਹ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਹਦੇ ਜਿਹੜੇ ਮਿੱਤਰ ਬਾਂਦਰ ਨੇ ਪਹਿਲਾਂ ਆ ਕੇ ਐਨ ਕਤਾਰਾਂ 'ਚ ਬੈਠੇ ਹੁੰਦੇ ਨੇ, ਜਿਵੇਂ ਸੋਸ਼ਲ ਡਿਸਟੈਂਸਿੰਗ ਦਾ ਉਹਨਾਂ ਨੂੰ ਪਤਾ ਕਿ ਖਿਆਲ ਕਿਵੇਂ ਰੱਖਣਾ। ਲੜਦੇ ਨਹੀਂ, ਝਗੜਦੇ ਨਹੀਂ, ਕਿਸੇ ਬੰਦੇ ਦੇ ਮਗਰ ਨਹੀਂ ਪੈਂਦੇ। ਉਹ ਜੇ ਇੰਤਜ਼ਾਰ ਕਰ ਰਹੇ ਹੁੰਦੇ ਨੇ ਤਾਂ ਸਿਰਫ ਆਪਣੇ ਸੱਚੇ ਮਿੱਤਰ ਸੰਜੇ ਦਾ ਕਰ ਰਹੇ ਹੁੰਦੇ ਨੇ। ਸੰਜੇ ਉਹਨਾਂ ਸਾਰਿਆਂ ਦੇ ਵਾਸਤੇ ਰੋਟੀ ਪਾਣੀ ਬਣਾ ਕੇ ਲਿਆਉਂਦਾ ਹੈ ਤੇ ਸਾਰਿਆਂ ਨੂੰ ਖਾਣ ਵਾਸਤੇ ਕੁਝ 3 ਟਾਈਮ ਪਾ ਕੇ ਜਾਂਦਾ ਹੈ। ਉਹ ਕਹਿੰਦੇ ਇੰਨੇ ਪੱਕੇ ਨੇ, ਆਮ ਤੌਰ ਤੇ ਆਮ ਆਦਮੀ ਨੇ ਕਿਸੇ ਨੇ ਕੰਮ ਤੇ ਜਾਣਾ ਹੋਵੇ, ਉਹ ਆਮ ਤੌਰ ਤੇ ਕਈ ਵਾਰੀ ਲੇਟ ਹੋ ਜਾਂਦਾ, ਪਰ ਕਹਿੰਦੇ ਨਾ ਤਾਂ ਕਦੇ ਸੰਜੇ ਲੇਟ ਹੁੰਦਾ, ਨਾ ਕਦੇ ਬਾਂਦਰ ਲੇਟ ਹੁੰਦੇ ਨੇ। ਐਨ ਕਤਾਰ ਦੇ ਵਿੱਚ ਲੱਗੇ ਬੈਠੇ ਹੁੰਦੇ ਨੇ ਤੇ ਜਦੋਂ ਸੰਜੇ ਉਹਨਾਂ ਨੂੰ ਰੋਟੀ ਖਵਾ ਕੇ ਵਾਪਸ ਪਰਤਦਾ, ਸੰਜੇ ਦੇ ਜਾਣ ਦੇ ਨਾਲ ਹੀ ਉਹ ਬਾਂਦਰ ਵੀ ਉੱਥੋਂ ਖਿਸਕ ਮੰਤਰ ਹੁੰਦੇ ਨੇ। ਹੁਣ ਜਦੋਂ ਸੰਜੇ ਨੂੰ ਪੁੱਛਿਆ ਕਿ ਇੰਨੀਆਂ ਰੋਟੀਆਂ, ਇੰਨੇ ਅਨਾਜ ਦਾ ਪ੍ਰਬੰਧ ਤੂੰ ਕਰਦਾ ਕਿਵੇਂ ਹੈ, ਉਹ ਕਹਿੰਦਾ ਪੂਰੇ 12 ਸਾਲ ਹੋ ਗਏ, ਮੀਂਹ ਜਾਵੇ ਹਨੇਰੀ ਜਾਵੇ, ਮੌਸਮ ਖਰਾਬ ਹੋਵੇ, ਗਰਮੀ ਹੋਵੇ, ਸਰਦੀ ਹੋਵੇ, ਮੈਂ ਇੱਕ ਵੀ ਨਾਗਾ ਨਹੀਂ ਪਾਇਆ। ਮੈਨੂੰ ਪਤਾ ਹੁੰਦਾ ਕਿ ਇਹ ਬੇਜ਼ੁਬਾਨੇ ਮੇਰੀ ਉਡੀਕ ਕਰ ਰਹੇ ਹੈ, ਇਹ ਭੁੱਖਿਆਂ ਨੂੰ ਰੋਟੀ ਦੇਣਾ ਸਾਡਾ ਫਰਜ਼ ਹੈ। ਉਹ ਕਹਿੰਦਾ ਉੱਥੇ ਇੱਕ ਜੈਨ ਮੰਦਰ ਹੈ, ਜੈਨ ਮੰਦਰ ਦੇ ਪੁਜਾਰੀ ਨਾਲ ਮੈਂ ਗੱਲ ਕੀਤੀ ਸੀ 12 ਵਜੇ ਪਹਿਲਾਂ ਕਿ ਆਹ ਭੁੱਖੇ ਬਾਂਦਰ ਨੇ, ਬਾਂਦਰਾਂ ਵਾਸਤੇ ਆਪਾਂ ਰੋਟੀ ਪਾਣੀ ਦਾ ਪ੍ਰਬੰਧ ਨਹੀਂ ਕਰ ਸਕਦੇ। ਉਹ ਕਹਿੰਦਾ ਜਿੰਨਾ ਕੁ ਮੇਰੇ ਤੋਂ ਸਰਦਾ ਮੈਂ ਜੇਬ 'ਚੋਂ ਪਾਉਣਾ, ਬਾਕੀ ਜੈਨ ਮੰਦਰ ਦੇ ਪੁਜਾਰੀ ਦੇ ਸਹਿਯੋਗ ਦੇ ਨਾਲ ਬੀਤੇ 12 ਵਰ੍ਹਿਆਂ ਤੋਂ ਆ ਬੇਜ਼ੁਬਾਨੇ ਬਾਂਦਰਾਂ ਨੂੰ ਮੈਂ ਲਗਾਤਾਰ ਫੀਡ ਕਰਦਾ ਆ ਰਿਹਾ। ਕੁਝ ਸਿੱਖਣ ਦੀ ਜ਼ਰੂਰਤ ਹੈ, ਕੁਝ ਸਮਝਣ ਦੀ ਜ਼ਰੂਰਤ ਹੈ ਕਿ ਲਾਲਚ ਤਿਆਗ ਕੇ ਥੋੜ੍ਹਾ ਬਹੁਤ ਆਲੇ ਦੁਆਲੇ ਵੰਡ ਛਕਿਆ ਜਾਵੇ। ਸੋ ਦੋਸਤੋ, ਇਹ ਸਨ ਅੱਜ ਕੁਝ ਖਬਰਾਂ ਅਤੇ ਇਹਨਾਂ ਖਬਰਾਂ ਦਾ ਵਿਸਥਾਰ। ਜੇਕਰ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ, ਲਾਈਕ ਅਤੇ ਸ਼ੇਅਰ ਤਾਂ ਕਰ ਹੀ ਦਿਓ, ਪਰ ਜੇਕਰ ਹਾਲੇ ਤੱਕ ਤੁਸੀਂ ਸਾਡਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਦਬਾਉਣਾ ਨਾ ਭੁੱਲਿਓ, ਤਾਂ ਕਿ ਤੁਹਾਨੂੰ ਰੋਜ਼ਾਨਾ ਦੀ ਅਪਡੇਟ ਮਿਲਦੀ ਰਹੇ। ਇਸ ਦੇ ਨਾਲ ਹੀ ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।